जी आयां नूं प्यारे विद्यार्थियों, सीनियर सैकेंडरी क्लासिस अर्थात 11वीं ਅਤੇ 12ਵੀਂ ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 4 ਮੋਡਲਸ ਉਸ ਦੀਆਂ ਅਗਲੀਆਂ ਤਿੰਨ ਐਕਸਰਸਾਈਜ਼ਸ 10, 11 ਐਂਡ 12 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਕੇ ਫਿਲ ਇਨ ਦੀ ਬਲੈਂਕਸ ਦੇ ਜਿਹੜੇ ਆਨਸਰਸ ਨੇ ਉਹ ਨੋਟ ਡਾਊਨ ਕਰ ਲਓ, ਪਰ ਮਗਰੋਂ ਦੀ ਇਹਨਾਂ ਐਕਸਰਸਾਈਜ਼ ਨੂੰ ਆਪਣੇ ਤੌਰ ਤੇ ਕਰਨ ਦਾ ਅਭਿਆਸ ਜ਼ਰੂਰ ਕਰੋ। ਜਿਹੜੀ ਐਕਸਪਲੇਨੇਸ਼ਨ ਟ੍ਰਾਂਸਲੇਸ਼ਨ ਤੁਹਾਡੇ ਲਈ ਕੀਤੀ ਜਾਏਗੀ ਉਹਨੂੰ ਧਿਆਨ ਨਾਲ ਸੁਣੋ। ਜੇ ਤੁਸੀਂ ਉਹਨੂੰ ਧਿਆਨ ਨਾਲ ਸੁਣੋਗੇ ਤੇ ਫਿਰ ਤੁਹਾਡੇ ਵਾਸਤੇ ਇਹਨਾਂ ਐਕਸਰਸਾਈਜ਼ਸ ਨੂੰ ਆਪਣੇ ਤੌਰ ਤੇ ਕਰਨਾ ਤੁਹਾਡੇ ਲਈ ਸੌਖਾ ਹੋ ਜਾਏਗਾ। ਸੋ ਆਓ ਸ਼ੁਰੂ ਕਰੀਏ। ਸੋ ਐਕਸਰਸਾਈਜ਼ 10 ਨੇ ਬੱਚਿਓ, ਕਹਿੰਦੇ ਵਟ, ਇੱਥੇ ਆਏਗਾ ਵਟ ਵੁੱਡ ਯੂ ਲਾਈਕ ਟੂ ਹੈਵ, ਤੁਸੀਂ ਕੀ ਲੈਣਾ ਪਸੰਦ ਕਰੋਗੇ, ਟੀ ਔਰ ਕਾਫੀ, ਚਾਹ ਜਾਂ ਕਾਫੀ। ਤੇ ਵੁੱਡ ਦੀ ਜਗ੍ਹਾ ਵਿਲ ਵੀ ਆ ਸਕਦਾ ਹੈ। ਵਟ ਵਿਲ ਯੂ ਲਾਈਕ ਟੂ ਹੈਵ, ਟੀ ਔਰ ਕਾਫੀ, ਤੁਸੀਂ ਕੀ ਲੈਣਾ ਪਸੰਦ ਕਰੋਗੇ। ਵੁੱਡ ਜਿਹੜਾ ਹੈਗਾ ਇਹ ਥੋੜਾ ਫਾਰਮਲ ਹੈਗਾ, ਵਿਲ ਇਨਫਾਰਮਲ ਹੈਗਾ। ਮੰਨ ਲਈ ਕਿਸੇ ਵੱਡੇ ਨੂੰ ਸਤਿਕਾਰ ਦੇ ਨਾਲ ਜਿਹੜੇ ਜ਼ਿਆਦਾ ਪੁੱਛਣਾ ਹੋਵੇ ਤੇ ਅਸੀਂ ਵੁੱਡ ਵਰਤਾਂਗੇ, ਪਰ ਆਮ ਦੋਸਤ ਬੇਲੀਆਂ ਵਿੱਚ ਇੱਕ ਦੂਜੇ ਨਾਲ ਵੈਸੇ ਹਮ ਉਮਰ ਹੋਣ ਜਿੱਥੇ ਫਾਰਮੈਲਿਟੀ ਨਹੀਂ ਹੈਗੀ ਉੱਥੇ ਅਸੀਂ ਵਿਲ ਵਰਤਾਂਗੇ। ਠੀਕ ਹੈ, ਸੋ ਵੁੱਡ ਥੋੜਾ ਜ਼ਿਆਦਾ ਰਿਸਪੈਕਟਫੁਲ ਹੈਗਾ ਤੇ ਵਿਲ ਆਮ ਤੌਰ ਤੇ ਸਧਾਰਨ ਗੱਲ ਹੈਗੀ। ਫਿਰ ਦੂਸਰਾ ਹੈਗਾ ਮੇ ਆਈ ਸਿਟ ਹੇਅਰ, ਕਿਉਂਕਿ ਫਾਰਮਲ ਪਰਮਿਸ਼ਨ ਹੈਗੀ ਹੈ ਸੋ ਮੇ ਵਰਤਿਆਂਗੇ। ਨਹੀਂ ਤੇ ਅਸੀਂ ਕਹਿ ਸਕਦੇ ਹਾਂ ਜੇ ਇੱਥੇ ਫਾਰਮਲ ਪਰਮਿਸ਼ਨ ਇੱਥੇ ਇਹਨਾਂ ਨੇ ਇੰਡੀਕੇਸ਼ਨ ਨਾ ਦਿੱਤਾ ਹੁੰਦਾ ਫਿਰ ਅਸੀਂ ਇਹ ਵੀ ਕਹਿ ਸਕਦੇ ਕੈਨ ਆਈ ਸਿਟ ਹੇਅਰ, ਕਿ ਮੈਂ ਇੱਥੇ ਬਹਿ ਸਕਦਾ। ਉਹ ਇੱਕ ਇਨਫਾਰਮਲ ਹੈਗਾ, ਪਰ ਜਦੋਂ ਫਾਰਮਲ ਤੌਰ ਤੇ ਗੱਲ ਕਰਨੀ ਹੋਵੇ ਫਿਰ ਅਸੀਂ ਮੇ ਕਹਿੰਦੇ ਹਾਂ, ਫਿਰ ਅਸੀਂ ਕੈਨ ਨਹੀਂ ਕਹਿੰਦੇ, ਕਿਉਂਕਿ ਇੱਥੇ ਬ੍ਰੈਕਟ 'ਚ ਉਹਨਾਂ ਨੇ ਫਾਰਮਲ ਪਰਮਿਸ਼ਨ ਲਿਖਿਆ, ਇਸ ਕਰਕੇ ਮੇ। ਹੁਣ ਬੱਚੇ ਇੱਥੇ ਮੈਂ ਦੱਸ ਦੇਵਾਂ, ਤੁਹਾਡੀ ਕਿਤਾਬ ਵਿੱਚ ਸਿਟ ਨਹੀਂ ਲਿਖਿਆ, ਤੁਹਾਡੀ ਕਿਤਾਬ 'ਚ ਪਤਾ ਕੀ ਲਿਖਿਆ ਹੈ, ਔਰ ਮੈਂ ਬੜਾ ਹੈਰਾਨ ਹੋਇਆ ਐਸ ਦੇਖ ਕੇ ਪੜ੍ਹ ਕੇ ਕਿ ਸਕੂਲ ਦੀ ਕਿਤਾਬ ਵਿੱਚ ਇਹ ਕਿਵੇਂ ਲਿਖਿਆ ਜਾ ਸਕਦਾ। ਉੱਥੇ ਲਿਖਿਆ ਮੇ ਆਈ ਸਮੋਕ ਹੇਅਰ, ਜਿਹਦਾ ਮਤਲਬ ਕਿ ਮੈਂ ਇੱਥੇ ਸਿਗਰਟ ਪੀ ਸਕਦਾ, ਕੀ ਮੈਂ ਇੱਥੇ ਬੀੜੀ ਪੀ ਸਕਦਾ, ਜਦ ਕਿ ਵਿਕਸਿਤ ਦੇਸ਼ ਵੱਡੇ ਵੱਡੇ ਅਮਰੀਕਾ, ਯੂਰਪ ਪੂਰਾ ਤੇ ਸਿੰਗਾਪੁਰ ਵਰਗੇ ਦੇਸ਼ ਜਿਹੜੇ ਮੈਂ ਵਿਜ਼ਿਟ ਕੀਤੇ ਨੇ ਮਰਚੈਂਟ ਨੇਵੀ ਦੇ ਦੌਰਾਨ, ਉੱਥੇ ਰੈਸਟੋਰੈਂਟ ਸਮੋਕ ਫਰੀ ਕਰ ਦਿੱਤੇ, ਕੋਈ ਬੈਠ ਕੇ ਪੀ ਨਹੀਂ ਸਕਦਾ। ਸਾਰੀਆਂ ਫਲਾਈਟਾਂ ਇੰਟਰਨੈਸ਼ਨਲ ਨੈਸ਼ਨਲ ਸਮੋਕ ਫਰੀ ਨੇ, ਕੋਈ ਵੀ ਸਿਗਰਟ ਨਹੀਂ ਪੀ ਸਕਦਾ ਪੂਰੀ ਫਲਾਈਟ ਵਿੱਚ। ਪਹਿਲਾਂ ਹੁੰਦਾ ਸੀਗਾ ਅੱਜ ਤੋਂ 25-30 ਸਾਲ ਪਹਿਲਾਂ ਕਿ ਕੁਝ ਸੀਟਾਂ ਰਾਖਵੀਆਂ ਹੁੰਦੀਆਂ ਸੀਗੀਆਂ, ਹੁਣ ਉਹ ਵੀ ਸਾਰਾ ਬੰਦ ਕਰ ਦਿੱਤਾ ਗਿਆ। ਤੇ ਇੱਕ ਸਕੂਲ ਦੀ ਕਿਤਾਬ, ਮਤਲਬ ਕਿ ਉਹ ਤੰਬਾਕੂ ਜਿਹਦੇ ਬਾਰੇ ਮਤਲਬ ਕਿ ਪੂਰੀ ਦੁਨੀਆ ਦੀ ਸਰਕਾਰਾਂ ਲੱਖਾਂ ਕਰੋੜਾਂ ਰੁਪਏ ਅਰਬਾਂ ਰੁਪਏ ਪ੍ਰਚਾਰ ਤੇ ਖਰਚਦੀਆਂ ਪਈਆਂ ਕਿ ਦੇਸ਼ ਦੇ ਲੋਕਾਂ ਨੂੰ ਇਹ ਤੋਂ ਬਚਾਇਆ ਜਾਵੇ, ਤੇ ਇਹ ਤੁਹਾਡੇ ਦਿਮਾਗ 'ਚ ਕੀ ਪਾ ਰਹੇ ਨੇ, ਇੰਡੀਆ ਦੇ ਵਿੱਚ ਮਤਲਬ ਕਿ ਇੰਡੀਆ ਦੀ ਹਾਲਤ ਹੈਗੀ ਹੈ ਵੀ ਸਕੂਲ ਦੀ ਕਿਤਾਬ 'ਚ ਲਿਖਿਆ ਜਾ ਰਿਹਾ ਮੇ ਆਈ ਸਮੋਕ ਹੇਅਰ ਮਤਲਬ ਕਿ ਬੰਦਾ ਮਤਲਬ ਬੱਚੇ ਦੇ ਦਿਮਾਗ 'ਚ ਇਹ ਗੱਲ ਪਾਈ ਜਾ ਰਹੀ ਹੈ। ਸੋ ਮੈਂ ਤੇ ਬੜਾ ਹੈਰਾਨ ਹੋਵਾਂਗਾ ਵੀ ਇਸ ਗੱਲ ਤੇ ਬੜੀ ਹੈਰਾਨੀ ਹੈ ਵੀ ਇਹ ਜਿਹੜਾ ਨੇ ਕਿਤਾਬ ਤਿਆਰ ਕੀਤੀ ਹੋਣੀ ਹੈ ਬੋਰਡ ਦੀ ਤਿਆਰੀ, ਉਹਨਾਂ ਦੀ ਮਤਲਬ ਕਿ ਕੀ ਕਹੀਏ, ਉਹਨਾਂ ਦੀ ਬੁੱਧੀ ਤੇ ਤਰਸ ਆਉਂਦਾ ਹੈ। ਇਹੋ ਜਿਹੀ ਪੜ੍ਹਾਈ ਲਿਖਾਈ ਕਰਕੇ ਕੀ ਕੀਤਾ ਉਹਨਾਂ ਨੇ, ਕੀ ਖੱਟਿਆ ਤੇ ਕਰਦੇ ਕੀ ਪਏ ਨੇ। ਇਹ ਗੱਲ ਕੀ ਸਰਕਾਰ ਨੂੰ ਨਹੀਂ ਪਤਾ ਹੋਏਗੀ, ਜਾਂ ਮਤਲਬ ਕਿ ਜਿਹੜੇ ਕੋਈ, ਮੈਂ ਤੇ ਹੈਰਾਨ ਹੈਗਾ ਵੀ ਅਗਰ ਇਹ ਗੱਲ ਕਿਸੇ ਡਾਕਟਰਾਂ ਦੀ ਸੰਸਥਾ ਨੂੰ ਪਤਾ ਲੱਗੇ, IMA ਨੂੰ ਪਤਾ ਲੱਗੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ, ਤੇ ਉਹ ਤੇ ਮੈਂ ਕਹਿੰਦਾ ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਇਸ ਤਰ੍ਹਾਂ ਦੀ ਬਕਵਾਸ ਸਕੂਲਾਂ ਦੀ ਕਿਤਾਬ ਵਿੱਚ ਲਿਖਦੇ ਪਏ ਮੇ ਆਈ ਸਮੋਕ ਹੇਅਰ, ਬੜੀ ਹੈਰਾਨੀ ਦੀ ਗੱਲ ਹੈ। ਖੈਰ, ਸੋ ਮੈਂ ਬੱਚਿਓ ਇਸ ਕਰਕੇ ਮੈਂ ਸਮੋਕ ਦੀ ਜਗ੍ਹਾ ਇੱਥੇ ਸਿਟ ਕਰਤਾ ਕਿ ਕੀ ਮੈਂ ਇੱਥੇ ਬੈਠ ਸਕਦਾ ਹਾਂ ਪਰਮਿਸ਼ਨ ਦੇ ਤੌਰ ਤੇ। ਹੁਣ ਅਗਲਾ ਤੀਸਰਾ ਆ ਗਿਆ, ਇਹ 'ਚ ਬੱਚੇ ਤਿੰਨ ਪੋਸੀਬਿਲਿਟੀਆਂ, ਕਿਉਂਕਿ ਇੱਥੇ ਇਹਨਾਂ ਨੇ ਕੋਈ ਇੰਡੀਕੇਸ਼ਨ ਨਹੀਂ ਦਿੱਤਾ, ਸੋ ਤਿੰਨੋਂ ਸਹੀ ਮੰਨੇ ਜਾਣੇ ਗ੍ਰਾਮਰ ਦੇ ਤੌਰ ਤੇ। ਵਨ ਔਟ ਟੂ ਡੂ ਵਨਸ ਡਿਊਟੀ, ਅਰਥਾਤ ਹਰ ਕਿਸੇ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ, ਸੋ ਇਹ ਥੋੜੀ ਨੈਤਿਕ ਜ਼ਿੰਮੇਵਾਰੀ ਵਾਲੀ ਪਾਸੇ ਆ ਜਾਂਦਾ ਹੈ। ਵਨ ਸ਼ੁੱਡ ਡੂ ਵਨਸ ਡਿਊਟੀ, ਇਹ ਵੀ ਇੱਕ ਓਬਲੀਗੇਸ਼ਨ ਡਿਊਟੀ ਦੇ ਤੌਰ ਤੇ ਆ ਜਾਂਦਾ ਹੈ। ਤੇ ਵਨ ਮਸਟ ਡੂ ਵਨਸ ਡਿਊਟੀ, ਇੱਥੇ ਕੰਪਲਸ਼ਨ ਆ ਜਾਂਦੀ ਹੈ। ਹੋ ਸਕਦਾ ਜਿੱਦਾਂ ਕੋਈ ਬੌਸ ਕਿਸੇ ਨੂੰ ਕਹਿ ਰਿਹਾ ਹੋਵੇ, ਇੱਥੇ ਹੈਗੀ ਇੱਕ ਆਮ ਕਿਸਮ ਦਾ ਨੈਤਿਕ ਫਰਜ਼ ਹੈਗਾ, ਇਹ ਡਿਊਟੀ ਹੈਗੀ ਹੈ ਤੇ ਇਹ ਜ਼ਰੂਰੀ ਹੈ। ਕੋਈ ਬੌਸ ਕਹਿ ਰਿਹਾ ਹੈ, ਕੰਪਨੀ ਦਾ ਮਾਲਕ ਕਹਿ ਰਿਹਾ ਹੈ ਵੀ ਜੇ ਇੱਥੇ ਰਹਿਣਾ ਹੈ, ਕੰਮ ਕਰਨਾ ਹੈ ਤੇ ਵਨ ਮਸਟ ਡੂ ਵਨਸ ਡਿਊਟੀ, ਵੀ ਤੁਹਾਨੂੰ ਕੰਪਲਸ਼ਨ ਹੈ, ਕਰਨੀ ਹੀ ਪਏਗੀ। ਠੀਕ ਹੈ, ਸੋ ਵਿਆਕਰਣ ਦੇ ਪੱਖੋਂ ਤਿੰਨੋਂ ਜਵਾਬ ਠੀਕ ਨੇ। ਠੀਕ ਹੈ ਜੀ, ਜੇ ਲਿਖਿਆ ਹੁੰਦਾ ਇੱਥੇ ਕੰਪਲਸ਼ਨ ਫਿਰ ਅਸੀਂ ਮਸਟ ਵਰਤਣਾ ਸੀ, ਤੇ ਜੇ ਲਿਖਿਆ ਹੋਣਾ ਸੀ ਮੋਰਲ ਓਬਲੀਗੇਸ਼ਨ ਫਿਰ ਅਸੀਂ ਔਟ ਟੂ ਜਾਂ ਸ਼ੁੱਡ ਵਰਤਣਾ ਸੀ। ਠੀਕ ਹੈ, ਬਾਕੀ ਤਿੰਨੋਂ ਜਵਾਬ ਠੀਕ ਨੇ। ਆਈ ਕੈਨ ਸਮੈਲ ਸਮਥਿੰਗ ਬਰਨਿੰਗ, ਅਰਥਾਤ ਮੈਨੂੰ ਕੁਝ ਸੜਨ ਦਾ ਮੁਸ਼ਕ ਆ ਰਿਹਾ ਹੈ, ਮੈਨੂੰ ਲੱਗ ਰਿਹਾ ਕਿ ਜਿਹਦਾ ਕੁਝ ਸੜ ਰਿਹਾ ਹੈ, ਤਾਂ ਅਸੀਂ ਅੰਗਰੇਜ਼ੀ ਦਾ ਕਹਿੰਦੇ ਆਈ ਕੈਨ ਸਮੈਲ ਸਮਥਿੰਗ ਬਰਨਿੰਗ। ਆਈ ਵੁੱਡ ਰਾਦਰ ਡਾਈ ਦੈਨ ਬੈਗ, ਜਦੋਂ ਇਹਦਾ ਪ੍ਰੈਫਰੈਂਸ ਹੋਵੇ ਔਰ ਰਾਦਰ ਸ਼ਬਦ ਵਰਤਿਆ ਜਾਵੇ ਫਿਰ ਅਸੀਂ ਵੁੱਡ ਵਰਤਦੇ ਹਾਂ। ਆਈ ਵੁੱਡ ਰਾਦਰ ਡਾਈ ਦੈਨ ਬੈਗ, ਡਾਈ ਮੈਨੇ ਮਰਨਾ, ਬੈਗ ਮੈਨੇ ਭੀਖ ਮੰਗਣੀ, ਅਰਥਾਤ ਮੈਂ ਭੀਖ ਮੰਗਣ ਨਾਲੋਂ ਮਰਨਾ ਪਸੰਦ ਕਰਾਂਗਾ।
ਜਦੋਂ ਇਦਾਂ ਕਹਿਣਾ ਹੋਵੇ ਤੇ ਅਸੀਂ ਕਹਿੰਦੇ ਆ I would rather, ਠੀਕ ਹੈ। It might rain today, less certain, ਜੇ ਮਤਲਬ ਬਹੁਤ ਘੱਟ ਜਿਹੜਾ ਹੈਗਾ ਵੀ ਸੰਭਾਵਨਾ ਘੱਟ ਹੈ ਫਿਜ਼ੀਕਲ, ਇਟ ਮਾਈਟ ਰੇਨ ਟੂਡੇ, ਠੀਕ ਹੈ। ਆਈ ਟੋਲਡ ਹਿਮ ਦੈਟ ਹੀ ਕੁਡ ਟੇਕ ਦੀ ਟੈਸਟ, ਹੁਣ ਕੈਨ ਤੇ ਕੁਡ ਦੀ ਇਹਨਾਂ ਨੇ ਸੰਭਾਵਨਾ ਦਿੱਤੀ ਹੈ, ਦੋ ਪੋਸੀਬਿਲਿਟੀਆਂ ਦਿੱਤੀਆਂ, ਕਿਉਂਕਿ ਟੋਲਡ ਜਿਹੜਾ ਹੈ ਉਹ ਪਾਸਟ ਟੈਂਸ ਨੂੰ ਪ੍ਰਤੀਕ ਹੈਗਾ, ਟੋਲਡ ਅਰਥਾਤ ਬੀਤੇ ਦੀ ਗੱਲ ਹੈ, ਟੈਲ ਨਹੀਂ ਹੈਗਾ, ਠੀਕ ਹੈ। ਤੇ ਜਿਵੇਂ ਕਹਿਣਾ ਹੋਵੇ ਆਈ ਵਿਲ ਟੈਲ ਹਿਮ ਦੈਟ ਹੀ ਕੈਨ ਟੇਕ ਦਾ ਟੈਸਟ, ਠੀਕ ਹੈ, ਫਿਰ ਆਏਗਾ ਵਿਲ, ਟੈਲ ਆ ਜਾਏ ਜਿੱਥੇ, ਤੇ he tells me that I can take a test, tells me present tense, ਫਿਰ can ਆਣਾ ਸੀ ਕਿਉਂਕਿ told ਹੈਗਾ, ਇਸ ਕਰਕੇ ਇੱਥੇ could ਆਏਗਾ, ਠੀਕ ਹੈ। ਅੱਗੇ ਚਲੀਏ, she dare not insult me, ਇਹਦਾ ਮਤਲਬ ਹੈ ਕਿਉਂਕਿ ਇੱਥੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ, ਸੋ ਅਸੀਂ can ਵੀ ਵਰਤ ਸਕਦੇ ਹਾਂ, ਮੈਂ ਦੋਨਾਂ ਦਾ ਮਤਲਬ ਦੱਸ ਦੇਣਾ, ਅਲੱਗ ਅਲੱਗ ਹੋਏਗਾ। she dare not insult me ਅਰਥਾਤ ਉਹ ਮੈਨੂੰ ਬੇਇੱਜ਼ਤ ਕਰਨ ਦੀ ਹਿੰਮਤ ਨਹੀਂ ਕਰ ਸਕਦੀ, ਉਹਦੇ 'ਚ ਇਹ ਹਿੰਮਤ ਨਹੀਂ ਕਿ ਮੇਰੀ ਬੇਇੱਜ਼ਤੀ ਕਰੇ, ਇਹਦਾ ਮਤਲਬ ਤੇ ਹੈਗਾ। ਤੇ ਸ਼ੀ ਕੈਨ ਨਾਟ ਇਨਸਲਟ ਮੀ, ਉਹ ਮੇਰੀ ਬੇਇੱਜ਼ਤੀ ਕਰਨ ਜੋਗੀ ਨਹੀਂ ਹੈਗੀ, ਅਰਥਾਤ ਉਹ 'ਚ ਇੰਨੀ ਹਿੰਮਤ ਨਹੀਂ ਹੈਗੀ, ਇਹਦਾ ਮਤਲਬ ਤੇ ਆਏਗਾ ਉਹ ਮੇਰੀ ਬੇਇੱਜ਼ਤੀ ਨਹੀਂ ਕਰ ਸਕਦੀ, ਉਹ ਮੇਰੀ ਬੇਇੱਜ਼ਤੀ ਕਰਨ ਜੋਗੀ ਨਹੀਂ ਹੈਗੀ, ਜਾਂ ਸ਼ੀ ਡੇਅਰ ਨਾਟ ਇਨਸਲਟ ਮੀ, ਉਹ ਮੇਰੀ ਬੇਇੱਜ਼ਤੀ ਕਰਨ ਦੀ ਹਿੰਮਤ ਨਹੀਂ ਕਰ ਸਕਦੀ, ਠੀਕ ਹੈ। ਥੋੜਾ ਕਹਿਣ ਦਾ ਲਹਿਜ਼ਾ ਫਰਕ ਹੈ, ਭਾਵ ਅਰਥ ਦੋਨਾਂ ਦਾ ਇੱਕੋ ਹੈ ਤੇ ਦੋਨੋਂ ਠੀਕ ਨੇ। We ought to respect our elders, ਕਿਉਂਕਿ can ਔਰ ought to ਦਾ ਚੋਣ ਕਰਨੀ ਹੈ, ਸੋ ਇੱਥੇ ਹੈਗਾ we ought to respect our elders, ਅਰਥਾਤ ਸਾਨੂੰ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਤੇ ਜੇ ਇਹ ਨਾ ਆਵੇ ਇੱਥੇ, ਫਿਰ ਅਸੀਂ ought to ਦੀ ਜਗ੍ਹਾ should ਵੀ ਵਰਤ ਸਕਦੇ ਹਾਂ, ਉਹਦਾ ਮਤਲਬ ਹੀ ਫਰਜ਼ ਹੁੰਦਾ ਹੈ। ਸੋ we ought to respect our elders, we should respect our elders, ਦੋਨਾਂ ਦਾ ਮਿਲਦਾ ਜੁਲਦਾ ਅਰਥ ਹੈਗਾ, ਪਰ ought to ਥੋੜਾ ਜ਼ਿਆਦਾ ਨੈਤਿਕਤਾ ਵਾਲੇ ਪਾਸੇ ਜ਼ੋਰ ਦਿੰਦਾ ਹੈ, ਤੇ ਜਾਂ ਫਿਰ ਜਿਹੜੇ ਕਾਨੂੰਨ ਦੀ ਪਾਲਣਾ ਕਰਨੀ ਹੋਵੇ ਕਿਸੇ, ਤਦ ਵੀ ਅਸੀਂ ought to ਵਰਤਦੇ ਹਾਂ, should ਨਹੀਂ ਵਰਤਦੇ। I will help him with money, ਮੈਂ ਉਹਦੀ ਪੈਸੇ ਨਾਲ ਮਦਦ ਕਰਾਂਗਾ, ਕਿਉਂਕਿ ਇਹ ਪ੍ਰੋਮਿਸ ਹੈਗਾ, ਇਹ ਮੇਰੀ ਇੱਛਾ ਹੈ, ਵਿਲਿੰਗਨੈਸ ਹੈ, ਇਸ ਕਰਕੇ ਅਸੀਂ ਸ਼ੈਲ ਨਹੀਂ ਵਰਤਾਂਗੇ, ਨਹੀਂ ਤੇ ਨਾਰਮਲ ਫਿਊਚਰ ਟੈਂਸ ਵਿੱਚ ਅਸੀਂ ਆਈ ਔਰ ਵੀ ਦੇ ਨਾਲ ਸ਼ੈਲ ਵਰਤਦੇ ਹਾਂ, ਪਰ ਇੱਥੇ ਕਿਉਂਕਿ ਪ੍ਰੋਮਿਸ ਹੈਗਾ, ਇੱਕ ਆਪਣਾ ਭਰੋਸਾ ਹੈਗਾ, ਇਸ ਕਰਕੇ ਅਸੀਂ ਵਰਤਾਂਗੇ ਵਿਲ। ਜਿੱਥੇ ਧਮਕੀ ਹੋਵੇ, ਹੁਕਮ ਹੋਵੇ ਜਾਂ ਦ੍ਰਿੜਤਾ ਹੋਵੇ, ਇਸ ਤਰ੍ਹਾਂ ਦਾ ਭਾਵ ਹੋਵੇ, ਫਿਰ ਅਸੀਂ ਸ਼ੈਲ ਦੀ ਜਗ੍ਹਾ ਵਿਲ ਵਰਤਦੇ ਹਾਂ ਆਈ ਔਰ ਵੀ ਦੇ ਨਾਲ, ਠੀਕ ਹੈ। ਫਿਰ ਅਗਲਾ ਆ ਗਿਆ, ਨੀਡ ਆਈ ਆਨਸਰ ਯੂਅਰ ਕੁਐਸਚਨ, ਕਿ ਮੈਨੂੰ ਤੇਰੇ ਸਵਾਲ ਦਾ ਜਵਾਬ ਦੇਣ ਦੀ ਲੋੜ ਹੈ, ਅਰਥਾਤ ਮੈਨੂੰ ਤੇਰੇ ਸਵਾਲ ਦਾ ਜਵਾਬ ਦੇਣ ਦੀ ਲੋੜ ਨਹੀਂ, ਕਿ ਤੂੰ ਬੋਲੀ ਜਾਂ ਤੂੰ ਜੋ ਬੋਲ ਰਿਹਾ ਮੈਂ ਪਰਵਾਹ ਨਹੀਂ ਕਰਦਾ। ਜਦੋਂ ਇੱਦਾਂ ਦੇ ਭਾਵ ਵਿੱਚ ਅਸੀਂ ਬੋਲਦੇ ਹਾਂ, ਫਿਰ ਅਸੀਂ ਕਹਿੰਦੇ ਨੀਡ ਆਈ ਆਨਸਰ ਯੂਅਰ ਕੁਐਸਚਨ, ਕਿ ਮੈਨੂੰ ਤੇਰੇ ਸਵਾਲ ਦਾ ਜਵਾਬ ਦੇਣ ਦੀ ਲੋੜ ਹੈ, ਅਰਥਾਤ ਆਈ ਐਮ ਨਾਟ obliged, ਮੈਨੂੰ ਤੇਰੇ ਸਵਾਲ ਦੇਣ ਦਾ ਜਵਾਬ ਦਾ ਕੋਈ ਮੇਰੇ ਤੇ ਪ੍ਰੈਸ਼ਰ ਨਹੀਂ ਹੈਗਾ, ਆਈ ਐਮ ਨਾਟ obliged to answer your question, ਤੈਨੂੰ ਕਹਿੰਦਾ ਨੀਡ ਆਈ ਆਨਸਰ ਯੂਅਰ ਕੁਐਸਚਨ, ਸੋ ਸ਼ੁੱਡ ਨਹੀਂ ਆਏਗਾ, ਨੀਡ ਹੈਗਾ, ਦੋ ਦੀ ਚੋਣ ਹੈਗੀ ਹੈ। ਆਈ ਵਿਸ਼ ਆਈ ਕੁਡ ਹੈਲਪ ਯੂ, ਜਦੋਂ ਇਹਦਾ ਕਾਸ਼ ਮੈਂ ਤੇਰੀ ਮਦਦ ਕਰ ਸਕਦਾ, ਆਈ ਵਿਸ਼ ਆਈ ਕੁਡ ਹੈਲਪ ਯੂ, ਬਟ ਆਈ ਹੈਵ ਮਾਈ ਓਨ ਪ੍ਰੋਬਲਮਸ, ਪਰ ਮੇਰੀਆਂ ਆਪਣੀਆਂ ਨਿੱਜੀ ਮੇਰੀਆਂ ਆਪਣੀਆਂ ਸਮੱਸਿਆਵਾਂ ਹਨ। ਵਾਕ ਕੇਅਰਫੁਲੀ ਅਰਥਾਤ ਧਿਆਨ ਨਾਲ ਤੁਰੋ, ਸਾਵਧਾਨੀ ਨਾਲ ਤੁਰੋ, ਲੈਸਟ ਯੂ ਸ਼ੁੱਡ ਸਪਰੇਨ ਯੂਅਰ ਫੁੱਟ, ਕਿਤੇ ਤੁਹਾਡੇ ਪੈਰ ਨਾ ਮਚਕੋੜ ਹੋ ਜਾਏ, ਸਪਰੇਨ ਹੁੰਦਾ ਮਚਕੋੜਨਾ, ਸੋ ਲੈਸਟ ਯੂ ਸ਼ੁੱਡ ਸਪਰੇਨ ਯੂਅਰ ਫੁੱਟ, ਕਿਤੇ ਤੁਹਾਡਾ ਪੈਰ ਨਾ ਮਚਕੋੜ ਹੋ ਜਾਏ। ਸੋ ਜਦੋਂ ਲੈਸਟ ਆਉਂਦਾ ਬੱਚੋ, ਲੈਸਟ ਦਾ ਜੋੜੀਦਾਰ ਸ਼ੁੱਡ ਹੈਗਾ, ਹਮੇਸ਼ਾ ਯਾਦ ਰੱਖਣਾ, ਜਿੱਥੇ ਲੈਸਟ ਆਏਗਾ ਉਹਦੇ ਨਾਲ ਜੋੜੀਦਾਰ ਜੇ ਹੋਏਗਾ ਤੇ ਉਹ ਸ਼ੁੱਡ ਹੋਏਗਾ। ਯੂ ਨੀਡ ਨਾਟ ਸੀ ਹਿਮ, ਟੂ ਸੀ ਸਮਵਨ ਹੁੰਦਾ ਹੈ ਜਾ ਕੇ ਮਿਲਣਾ, ਠੀਕ ਹੈ, ਟੂ ਮੀਟ, ਯੂ ਨੀਡ ਨਾਟ ਸੀ ਹਿਮ ਅਰਥਾਤ ਤੈਨੂੰ ਉਹਦੇ ਕੋਲ ਜਾ ਕੇ ਮਿਲਣ ਦੀ ਲੋੜ ਨਹੀਂ, ਜਸਟ ਰਾਈਟ ਅ ਲੈਟਰ, ਸਿਰਫ ਇੱਕ ਚਿੱਠੀ ਲਿਖ ਦੇ, ਸੋ ਡੇਅਰ ਨਹੀਂ ਆਏਗਾ, ਤੇ ਡੇਅਰ ਤੇ ਹੋ ਜਾਏਗਾ, ਉਹ ਤੇ ਚੈਲੰਜ ਹੋ ਜਾਂਦਾ, ਯੂ ਡੇਅਰ ਨਾਟ ਸੀ ਹਿਮ, ਮਤਲਬ ਕਿ ਅਰਥਾਤ ਤੂੰ ਉਹਨੂੰ ਮਿਲਣ ਦੀ ਹਿੰਮਤ ਨਾ ਕਰ, ਇਹ ਤੇ ਗੱਲ ਨਹੀਂ ਬਣਦੀ, ਤੇ ਜਸਟ ਰਾਈਟ ਅ ਲੈਟਰ, ਸੋ ਯੂ ਨੀਡ ਨਾਟ ਸੀ ਹਿਮ, ਤੈਨੂੰ ਉਹਨੂੰ ਮਿਲਣ ਦੀ ਲੋੜ ਨਹੀਂ, ਜਸਟ ਰਾਈਟ ਅ ਲੈਟਰ। ਵੀ ਸ਼ੁੱਡ ਗੋ ਟੂ ਦੀ ਸਟੇਸ਼ਨ ਬਾਈ ਟੈਕਸੀ, ਇਟ ਇਜ਼ ਗੈਟਿੰਗ ਲੇਟ, ਮੇ ਔਰ ਸ਼ੁੱਡ ਦੀ ਚੋਣ ਕਰਨੀ ਹੈ, ਸੋ ਮੇ ਤੇ ਗੱਲ ਬਣੇਗੀ ਨਹੀਂ ਬਿਲਕੁਲ ਵੀ, ਇੱਥੇ ਸ਼ੁੱਡ ਦਾ ਮਤਲਬ ਹੈਗਾ ਐਡਵਾਈਸ, ਸਲਾਹ, ਵੀ ਸ਼ੁੱਡ ਗੋ ਟੂ ਦੀ ਸਟੇਸ਼ਨ ਬਾਈ ਟੈਕਸੀ, ਵੀ ਮੇਰੀ ਸਲਾਹ ਹੈ ਕਿ ਸਾਨੂੰ ਸਟੇਸ਼ਨ ਤੇ ਟੈਕਸੀ ਨਾਲ ਜਾਣਾ ਚਾਹੀਦਾ ਹੈ, ਇਟ ਇਜ਼ ਗੈਟਿੰਗ ਲੇਟ, ਕਿਉਂਕਿ ਅਸੀਂ ਦੇਰੀ ਹੋ ਰਹੀ ਹੈ ਸਾਨੂੰ, ਠੀਕ ਹੈ। ਯੂ ਸ਼ੈਲ ਡੂ ਐਜ਼ ਯੂ ਆਰ ਟੋਲਡ, ਇਹ ਆਰਡਰ ਹੈਗਾ, ਹੁਕਮ ਹੈਗਾ, ਇਸ ਕਰਕੇ ਯੂ ਦੇ ਨਾਲ ਸ਼ੈਲ ਆ ਰਿਹਾ, ਨਹੀਂ ਤੇ ਨਾਰਮਲੀ ਜਿਹੜਾ ਸੈਕਿੰਡ ਪਰਸਨ ਹੁੰਦਾ ਹੈ ਜਾਂ ਥਰਡ ਪਰਸਨ ਹੁੰਦਾ ਹੈ, ਜਿਹਦਾ ਯੂ ਤੇ ਹੀ ਸ਼ੀ ਦੇ ਨਾਲ ਵਿਲ ਆਉਂਦਾ ਹੈ, ਪਰ ਜਦੋਂ ਇੱਦਾਂ ਡਿਟਰਮੀਨੇਸ਼ਨ ਹੋਵੇ, ਆਰਡਰ ਹੋਵੇ, ਥ੍ਰੈਟ ਹੋਵੇ, ਫਿਰ ਅਸੀਂ ਸ਼ੈਲ ਵਰਤਦੇ ਹਾਂ, ਯੂ ਸ਼ੈਲ ਡੂ ਐਜ਼ ਯੂ ਆਰ ਟੋਲਡ,
अर्थात तू उस तरह ही करेगा जिस तरह तेनू किया जा रहा है। The children asked if they could have an ice cream। ਵੁੱਡ ਤੇ ਬੱਚੇ ਹੋ ਜਾਏਗਾ ਉਹਦਾ ਵੀ ਉਹ ਆਈਸਕ੍ਰੀਮ ਲੈਣਗੇ, ਪਰ ਇੱਥੇ ਪੁੱਛ ਰਹੇ ਨੇ ਕੀ ਉਹ ਆਈਸਕ੍ਰੀਮ ਮਿਲ ਸਕਦੀ ਹੈ, ਕਿਉਂਕਿ ਇੱਥੇ ਕੁਐਸਚਨ ਹੈ। ਦੀ ਚਿਲਡਰਨ ਆਸਕਡ ਅਰਥਾਤ ਨਿਆਣਿਆਂ ਨੇ, ਜਵਾਕਾਂ ਨੇ ਪੁੱਛਿਆ ਕਿ ਇਫ ਦੇ ਕੁਡ ਹੈਵ ਐਨ ਆਈਸਕ੍ਰੀਮ, ਕੀ ਉਹ ਆਈਸਕ੍ਰੀਮ ਖਾ ਸਕਦੇ ਨੇ। ਠੀਕ, ਕੀ ਉਹ ਆਈਸਕ੍ਰੀਮ ਖਾ ਸਕਦੇ ਸੀਗੇ। ਸੋ ਵੁੱਡ ਨਹੀਂ ਆਏਗਾ, ਇੱਥੇ ਕੁਡ ਆਏਗਾ। ਸ਼ੈਲ ਵੀ ਪਲੇ ਕ੍ਰਿਕਟ, ਜਦੋਂ ਸਜੈਸ਼ਨ ਹੋਵੇ, ਸਵਾਲ ਹੋਵੇ, ਫਸਟ ਪਰਸਨ ਸਵਾਲ ਕਰ ਰਿਹਾ ਆਈ ਜਾਂ ਵੀ, ਤੇ ਸ਼ੈਲ ਆਈ ਓਪਨ ਦਾ ਵਿੰਡੋ, shall I make you a cup of tea, shall I close the door, shall we go to the market, ਹੈ ਨਾ। ਤਦ ਅਸੀਂ ਹਮੇਸ਼ਾ we ਔਰ I ਦੇ ਨਾਲ ਜਿਹਦਾ ਕੁਐਸਚਨ ਹੋਵੇ ਫਿਰ ਅਸੀਂ shall ਵਰਤਦੇ ਹਾਂ। ਠੀਕ ਹੈ, shall we play cricket, ਕੀ ਅਸੀਂ ਕ੍ਰਿਕਟ ਖੇਡੀਏ, ਇਹ ਸਜੈਸ਼ਨ ਹੈਗੀ ਹੈ, ਇੱਕ ਸੁਝਾਅ ਹੈ। ਸੋ will you have tea, ਕੀ ਤੁਸੀਂ ਚਾਹ ਪੀਓਗੇ, ਜਾਂ ਅਸੀਂ ਕਹਿੰਦੇ ਹਾਂ would you have tea, ਇੱਕੋ ਹੀ ਮਤਲਬ ਹੈ। will ਜਿਹੜਾ ਹੈ ਉਹ ਘੱਟ ਫਾਰਮਲ ਹੈਗਾ, ਦੋਸਤਾਂ ਮਿੱਤਰਾਂ ਦੇ ਨਾਲ, ਹਮ ਉਮਰ ਦੇ ਨਾਲ ਅਸੀਂ will ਵਰਤਦੇ ਹਾਂ, ਵੱਡਿਆਂ ਦੇ ਨਾਲ, ਸੀਨੀਅਰ ਦੇ ਨਾਲ, ਜਾਂ ਸਤਿਕਾਰ ਦੇ ਨਾਲ ਜਿਹੜੇ ਬੋਲਣਾ ਹੈ, ਤੇ ਕਿਸੇ ਮਤਲਬ ਕਿ ਓਪਰਾ ਬੰਦਾ ਹੋਵੇ ਫਿਰ ਅਸੀਂ would ਵਰਤਦੇ ਹਾਂ। ਸੋ will ਅਸੀਂ ਕਹਿ ਸਕਦੇ ਹਾਂ ਕਿ ਲੈਸ ਫਾਰਮਲ, would ਜ਼ਿਆਦਾ ਫਾਰਮਲ ਹੈ ਤੇ ਮੋਰ ਰਿਸਪੈਕਟਫੁਲ, ਤੇ ਫਿਰ ਅਸੀਂ would ਵਰਤਦੇ ਹਾਂ। ਪਰ ਦੋਨੋਂ ਗ੍ਰਾਮਰ ਦੇ ਪੱਖੋਂ ਦੋਨੋਂ ਠੀਕ ਨੇ, ਕਿਉਂਕਿ ਇੱਥੇ ਕੋਈ ਇਹਨਾਂ ਨੇ ਇੰਡੀਕੇਸ਼ਨ ਨਹੀਂ ਦਿੱਤੀ, ਇਸ ਕਰਕੇ ਮੈਂ ਦੋਨੋਂ ਸੰਭਾਵਨਾਵਾਂ ਲਿਖ ਦਿੱਤੀਆਂ। ਠੀਕ ਹੈ। ਇਟ ਵਿਲ ਰੇਨ ਟੁਮਾਰੋ, ਕੱਲ ਮੀਂਹ ਪਏਗਾ, ਇਹ ਪ੍ਰੈਡਿਕਸ਼ਨ ਹੈ, ਇੱਕ ਕਿਸਮ ਦੀ ਭਵਿੱਖਬਾਣੀ। ਪ੍ਰੈਡਿਕਸ਼ਨ ਹੁੰਦਾ ਹੈ ਵੀ ਆਉਣ ਵਾਲੇ ਸਮੇਂ ਜੋ ਹੋਣਾ ਉਹਦੇ ਬਾਰੇ ਕੋਈ ਗੱਲ ਦੱਸਣੀ, ਤੇ ਇਟ ਵਿਲ ਰੇਨ ਟੁਮਾਰੋ, ਕੱਲ ਮੀਂਹ ਪਏਗਾ, ਕਿਉਂਕਿ ਪ੍ਰੈਡਿਕਸ਼ਨ ਹੈ, ਇਸ ਕਰਕੇ ਅਸੀਂ ਲਿਖਿਆ ਇਟ ਵਿਲ ਰੇਨ ਟੁਮਾਰੋ। ਜੇ ਇੱਥੇ ਕੁਛ ਨਾ ਲਿਖਿਆ ਹੁੰਦਾ ਫਿਰ ਅਸੀਂ ਲਿਖ ਸਕਦੇ ਇਟ ਵਿਲ ਰੇਨ ਟੁਮਾਰੋ, ਇਟ ਮੇ ਰੇਨ ਟੁਮਾਰੋ, ਇਟ ਮਾਈਟ ਰੇਨ ਟੁਮਾਰੋ। ਇਟ ਵਿਲ ਰੇਨ ਟੁਮਾਰੋ ਦਾ ਮਤਲਬ ਹੈ ਕੱਲ ਮੀਂਹ ਪਏਗਾ। ਇਟ ਮੇ ਰੇਨ ਟੁਮਾਰੋ, ਕੱਲ ਸ਼ਾਇਦ ਮੀਂਹ ਪਵੇ, ਫਿਰ ਸ਼ਾਇਦ ਆ ਜਾਏਗਾ। ਤੇ ਜੇ ਇਟ ਮਾਈਟ ਰੇਨ ਟੁਮਾਰੋ ਆ ਜਾਏ, ਸ਼ਾਇਦ ਹੀ ਕੱਲ ਮੀਂਹ ਪਵੇ, ਫਿਰ ਸੰਭਾਵਨਾ ਜਿਹੜੇ ਹੋਰ ਜ਼ਿਆਦਾ ਘਟ ਜਾਏ ਫਿਰ ਅਸੀਂ ਮਾਈਟ ਵਰਤਦੇ ਹਾਂ। ਠੀਕ ਹੈ। ਇਟ ਵਿਲ ਰੇਨ ਟੁਮਾਰੋ ਵੀ ਆਲਮੋਸਟ ਯਕੀਨੀ ਹੈ ਕਿ ਕੱਲ ਮੀਂਹ ਜ਼ਰੂਰ ਪਏਗਾ, ਵੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਹੁਣ ਆ ਗਿਆ ਐਕਸਰਸਾਈਜ਼ 12, ਸ਼ੈਲ ਆਈ ਬ੍ਰਿੰਗ ਸਮ ਟੀ ਫॉर ਯੂ, ਡੂ ਯੂ ਵਾਂਟ ਮੀ, ਇਹੋ ਜਿਹੀ ਗੱਲ ਹੈਗੀ। ਜਿੱਦਾਂ ਮੈਂ ਸ਼ੈਲ ਆਈ, ਕਿ ਮੈਂ ਤੁਹਾਡੇ ਲਈ ਚਾਹ ਲਿਆਵਾਂ, ਕਿ ਤੁਸੀਂ ਚਾਹ ਪੀਓਗੇ, ਸ਼ੈਲ ਆਈ ਬ੍ਰਿੰਗ ਸਮ ਟੀ ਫॉर ਯੂ। ਠੀਕ ਹੈ, ਸੋ ਇੱਥੇ ਸ਼ੈਲ ਆਏਗਾ। ਮੇ ਆਈ ਯੂਜ਼ ਯੋਰ ਪੈਨ, ਵੈਰੀ ਪੋਲਾਈਟ। ਜੇ ਆਮ ਦੋਸਤਾਂ ਮਿੱਤਰਾਂ 'ਚ ਹੋਵੇ ਫਿਰ ਅਸੀਂ ਕੈਨ ਨਹੀਂ ਫਿਰ ਅਸੀਂ ਮੇ ਨਹੀਂ ਵਰਤਾਂਗੇ, ਫਿਰ ਅਸੀਂ ਕਹਾਂਗੇ ਕੈਨ ਆਈ ਯੂਜ਼ ਯੋਰ ਪੈਨ। ਦੋਸਤ ਮਿੱਤਰ ਹੋਣ, ਭੈਣ ਭਰਾ ਹੋਣ, ਆਪਸ ਵਿੱਚ ਲੈਸ ਫਾਰਮਲ ਹੋਵੇ, ਜਿਹਦੇ ਵਿੱਚ ਜ਼ਿਆਦਾ ਸਤਿਕਾਰ ਦੇਣ ਦਾ ਗੱਲ ਨਾ ਹੋਵੇ, ਆਮ ਦੋਸਤਾਂ ਮਿੱਤਰਾਂ ਦੀ, ਫਿਰ ਅਸੀਂ ਕਹਾਂਗੇ ਕੈਨ ਆਈ ਯੂਜ਼ ਯੋਰ ਪੈਨ, ਯਾਰ ਮੈਂ ਕੀ ਤਰ੍ਹਾਂ ਪੈਨ ਵਰਤ ਸਕਦਾ। ਤੇ ਜੇ ਕੋਈ ਅਣਜਾਣ ਬੰਦਾ ਹੋਵੇ, ਕੋਈ ਸੀਨੀਅਰ ਬੰਦਾ ਹੋਵੇ, ਕੋਈ ਐਲਡਰ ਬੰਦਾ ਹੋਵੇ, ਜਾਂ ਅਸੀਂ ਸਤਿਕਾਰ ਦੇਣਾ ਹੋਵੇ, ਫਿਰ ਅਸੀਂ ਕਹਾਂਗੇ ਮੇ ਆਈ ਯੂਜ਼ ਯੋਰ ਪੈਨ, ਕਿ ਕਿਰਪਾ ਕਰਕੇ ਮੈਂ ਤੁਹਾਡਾ ਪੈਨ ਵਰਤ ਸਕਦਾ। ਠੀਕ ਹੈ। ਯੂ ਮਸਟ ਅਟੈਂਡ ਦੀ ਕਲਾਸ, ਜਦੋਂ ਕੰਪਲਸ਼ਨ ਹੋਵੇ, ਕਿ ਜ਼ੋਰ, ਫਿਰ ਕੋਈ ਚੁਆਇਸ ਨਹੀਂ ਹੈ, ਕੋਈ ਫਰਜ਼ ਨਹੀਂ ਹੈ, ਕਰਨਾ ਹੀ ਪੈਣਾ ਹੈ, ਤੇ ਯੂ ਮਸਟ ਅਟੈਂਡ ਦੀ ਕਲਾਸ। ਮਤਲਬ ਇੱਥੇ ਸਲਾਹ ਨਹੀਂ ਦਿੱਤੀ ਜਾ ਰਹੀ ਵੀ ਯੂ ਸ਼ੁੱਡ ਅਟੈਂਡ ਦਾ ਕਲਾਸ, ਵੀ ਫਰਜ਼ ਦੇ ਤੌਰ ਤੇ ਜਾਂ ਡਿਊਟੀ ਦੇ ਤੌਰ ਤੇ ਨਹੀਂ, ਯੂ ਮਸਟ ਅਟੈਂਡ ਦਾ ਕਲਾਸ, ਅਰਥਾਤ ਕੋਈ ਚੋਣ ਨਹੀਂ ਹੈਗੀ, ਤੈਨੂੰ ਕਲਾਸ ਅਟੈਂਡ ਕਰਨੀ ਹੀ ਪੈਣੀ ਹੈ। ਠੀਕ ਹੈ। ਹੀ ਟੋਲਡ ਮੀ ਦੈਟ ਹੀ ਮਾਈਟ ਜੁਆਇਨ ਦੀ ਆਰਮੀ, ਪੋਸੀਬਿਲਿਟੀ ਹੈਗੀ ਹੈ। ਹੁਣ ਜੇ ਮੈਂ ਕਹਾਂ ਇੱਥੇ ਟੋਲਡ ਹੈਗਾ, ਇਹ ਪਾਸਟ ਟੈਂਸ ਹੈਗਾ, ਸੋ ਟੋਲਡ ਕਰਕੇ, ਕਿਉਂਕਿ ਇਨਡਾਇਰੈਕਟ ਸਪੀਚ ਬਣ ਗਈ ਹੀ ਟੋਲਡ ਮੀ ਦੈਟ, ਤੇ ਮੇ ਦਾ ਬਣ ਗਿਆ ਮਾਈਟ। ਜੇ ਮੈਂ ਕਹਾਂ ਹੀ ਟੈਲਸ ਮੀ ਹੀ ਮੇ ਜੁਆਇਨ ਦੀ ਆਰਮੀ, ਉਹ ਮੈਨੂੰ ਕਹਿੰਦਾ ਹੈ ਕਿ ਉਹ ਸ਼ਾਇਦ ਆਰਮੀ ਜੁਆਇਨ ਕਰੇ। ਜੇ ਟੈਲਸ ਆ ਜਾਏ ਹੀ ਟੈਲਸ ਮੀ ਦੈਟ ਹੀ ਮੇ ਜੁਆਇਨ ਦੀ ਆਰਮੀ, ਫਿਰ ਆ ਜਾਏਗਾ, ਫਿਰ ਮੇ ਹੋਏਗਾ। ਤੇ ਹੀ ਟੋਲਡ ਮੀ, ਉਹਨੇ ਮੈਨੂੰ ਕਿਹਾ, ਤੇ ਫਿਰ ਆਏਗਾ ਮੇ ਦਾ ਬਣ ਜਾਏਗਾ ਮਾਈਟ। ਠੀਕ ਹੈ। ਹਾਊ ਡੇਅਰ ਹੀ ਇਨਸਲਟ ਯੂ, ਕਿਉਂਕਿ ਚੈਲੰਜ ਦਾ ਇੱਥੇ ਇਹਨਾਂ ਨੇ ਇੰਡੀਕੇਸ਼ਨ ਦਿੱਤਾ ਹੈ। ਠੀਕ ਹੈ, ਚੈਲੰਜ ਤੋਂ ਇਸੇ ਹਾਊ ਡੇਅਰ ਹੀ ਇਨਸਲਟ ਯੂ, ਅਰਥਾਤ ਉਸਦੀ ਤੁਹਾਡੀ ਬੇਇੱਜ਼ਤੀ ਕਰਨ ਦੀ ਹਿੰਮਤ ਕਿੱਦਾਂ ਹੋਈ, ਉਸਦੀ ਤੁਹਾਨੂੰ ਬੇਇੱਜ਼ਤ ਕਰਨ ਦੀ ਹਿੰਮਤ ਕਿੱਦਾਂ ਹੋਈ। ਹਾਊ ਡੇਅਰ ਹੀ ਇਨਸਲਟ ਯੂ। ਫਿਰ ਪਲੇ ਵੈਲ ਸੋ ਦੈਟ ਯੂ ਮੇ ਵਿਨ ਦੀ ਮੈਚ, ਪਰਪਸ, ਵੀ ਇੱਦਾਂ ਕਰੋ ਤਾਂ ਕਿ, ਸੋ ਜਿਹੜਾ ਉਹਨੇ ਤਾਂ ਕਿ, ਪਲੇ ਵੈਲ, ਚੰਗੀ ਤਰ੍ਹਾਂ ਖੇਡੋ ਤਾਂ ਕਿ ਤੁਸੀਂ ਮੈਚ ਜਿੱਤ ਸਕੋ। ਸੋ ਯੂ ਮੇ ਵਿਨ ਦੀ ਮੈਚ। ਐਵਰੀ ਵਨ ਔਟ ਟੂ ਲਵ ਹਿਸ ਕੰਟਰੀ, ਹੁਣ ਨੈਤਿਕ ਫਰਜ਼ ਹੈਗਾ, ਹਰ ਕਿਸੇ ਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ। ਸੋ ਮੇ ਤੇ ਹੁੰਦਾ ਚੁਆਇਸ, ਸੋ ਇੱਥੇ ਚੋਣ ਨਹੀਂ ਹੈਗੀ, ਔਟ ਟੂ ਆਏਗਾ। ਐਵਰੀ ਵਨ ਔਟ ਟੂ ਲਵ ਹਿਸ ਕੰਟਰੀ,
अगर इत्थे ना दिता होवे कुछ फिर असी शुड भी लिख सकते हैं, एवरीवन शुड लव हिज कंट्री। ठीक है, ही इज़ योर फादर, वो तुहाडे पिता जी हैं, यू शुड ओबे हिम, ऑबलीगेशन हैगी है। और टू भी आ सकता है, मैं कला शुड लिखा है, यू शुड ओबे हिम क्योंकि इत्थे उन्होंने कुछ नहीं दिता, सो शुड भी ठीक है, ought टू भी ठीक है, यू ought टू ओबे हिम, यू शुड ओबे हिम। आखिरी आ गया, यू नीड नॉट वरी अबाउट इट, आई विल हैंडल इट, अर्थात तेनू इस बारे चिंता करन दी लोड़ नहीं, यू नीड नॉट वरी अबाउट इट, आई विल हैंडल इट, मैं ਇਹਦੇ ਨਾਲ ਨਿਪਟ ਲਵਾਂਗਾ, मैं इस गल ਦੇ ਨਾਲ ਨਜਿੱਠ ਲਵਾਂਗਾ, मैं ਇਹਨੂੰ हैंडल कर ਲਵਾਂਗਾ भी ਤੈਨੂੰ ਇਹਦੇ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਯੂ ਨੀਡ ਨਾਟ ਵਰੀ ਅਬਾਊਟ ਇਟ, ਇਹਦੇ ਬਾਰੇ ਫਿਕਰ ਕਰਨ ਦੀ ਲੋੜ ਨਹੀਂ, ਆਈ ਵਿਲ ਹੈਂਡਲ ਇਟ, ਮੈਂ ਇਹਦੇ ਨਾਲ ਨਿਪਟ ਲਵਾਂਗਾ। ਯੂ ਸ਼ੁੱਡ ਡੂ ਯੋਰ ਹੋਮਵਰਕ ਰੈਗੂਲਰਲੀ, ਐਡਵਾਈਸ ਹੈਗੀ ਹੈ, ਸੋ ਸ਼ੁੱਡ ਆਏਗਾ, ਯੂ ਸ਼ੁੱਡ ਡੂ ਯੋਰ ਹੋਮਵਰਕ ਰੈਗੂਲਰਲੀ, ਤੁਹਾਨੂੰ ਆਪਣਾ ਹੋਮਵਰਕ ਨੇਮ ਦੇ ਨਾਲ, ਰੈਗੂਲਰਲੀ ਮਾने ਨੇਮ ਦੇ ਨਾਲ ਕਰਨਾ ਚਾਹੀਦਾ ਹੈ, ਇਹ ਐਡਵਾਈਸ ਹੈ, ਸਲਾਹ ਹੈ, ਤੇ ਅਸੀਂ ਸ਼ੁੱਡ ਵਰਤਦੇ ਹਾਂ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਐਕਸਰਸਾਈਜ਼ 10, 11 ਅਤੇ 12 ਚਾਰ ਐਕਸਰਸਾਈਜ਼ ਸ਼ਾਇਦ ਹੋਰ ਬਚੀਆਂ, ਉਹ ਅਸੀਂ ਅਗਲੀ ਵੀਡੀਓ 'ਚ ਕਰਾਂਗੇ, ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਥੈਂਕ ਯੂ ਵੈਰੀ ਮਚ।